ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਿਛਲੇ ਹਫਤੇ ਵਿੱਚ ਦੋ ਗੁਰਪੁਰਬ ਨਿਕਲੇ ਹਨ। ਇੱਕ ਗੁਰਗੱਦੀ ਪੁਰਬ ਧੰਨ ਗੁਰੂ ਰਾਮਦਾਸ ਜੀ ਅਤੇ ਦੂਸਰਾ ਜੋਤੀ ਜੋਤ ਸਮਾਨ ਦਾ ਗੁਰਪੁਰਬ ਗੁਰੂ ਅਮਰਦਾਸ ਜੀ। ਸੋ ਅੱਜ ਅਸੀਂ ਜਿੱਥੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਪੁਰਬ ਦੀਆਂ ਵਧਾਈਆਂ ਦੇਣੀਆਂ ਲੈਣੀਆਂ ਹਨ, ਉੱਥੇ ਨਾਲ ਨਾਲ ਗੁਰੂ ਅਮਰਦਾਸ ਜੀ ਦੀ ਜੀਵਨ ਯਾਤਰਾ ਸਮਾਪਤ ਹੋਣ 'ਤੇ ਉਹਨਾਂ ਨੂੰ ਨਤਮਸਤਕ ਵੀ ਹੋਣਾ ਹੈ। ਸੋ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਗੁਰਗੱਦੀ ਦਿਵਸ ਦੀ। ਸੋ ਸਹਿਜ ਪਾਠ ਕਰਦੇ ਹਾਂ। ਭੱਟਾਂ ਦੇ ਸਵਈਏ ਜਦੋਂ ਆਉਂਦੇ ਹਨ ਅਤੇ ਉਹਦੇ ਵਿੱਚ ਇੱਕ ਤੁਕ ਅਸੀਂ ਪੜ੍ਹਦੇ ਹਾਂ, ਸੋਢੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਿ ਹੁਣ ਕੀ ਸੀ ਕਿ ਹੁਣ ਦੁਨੀਆ ਨੂੰ ਤਾਰਨ ਵਾਸਤੇ ਕਿਸ ਨੂੰ ਵਡਾਈ ਮਿਲੀ, ਕਿਸ ਨੂੰ ਗੁਰਗੱਦੀ ਮਿਲੀ? ਧੰਨ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ। ਸੋ ਗੁਰਗੱਦੀ ਦੀ ਮਰਿਆਦਾ ਜੋ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਉਹ ਦੋ ਗੱਲਾਂ ਸੀ। ਇੱਕ ਤਾਂ ਇਹ ਕਿ ਗੁਰਗੱਦੀ ਦੀ ਬਖਸ਼ਿਸ਼ ਆਪਣੇ ਜਿੰਦੇ ਜੀ ਹੀ ਕੀਤੀ, ਆਪਣੇ ਜਿੰਦੇ ਜੀ ਆਪਣਾ ਉੱਤਰਾਧਿਕਾਰੀ ਚੁਣ ਕੇ ਉਸ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਦੂਸਰੀ ਗੱਲ ਕਿ ਪੁੱਤਰਾਂ ਦਾ ਪੁੱਤਰ ਹੋਣ ਕਰਕੇ ਕੋਈ ਅਧਿਕਾਰ ਨਹੀਂ ਕਿ ਗੱਦੀ ਉਹਨਾਂ ਨੂੰ ਮਿਲੇਗੀ। ਗੁਰਗੱਦੀ ਦੇ ਵਾਸਤੇ ਇੱਕੋ ਹੀ ਮਰਿਆਦਾ, ਇੱਕੋ ਹੀ ਚੀਜ਼ ਜਿਹੜੀ ਉਹਨਾਂ ਨੇ ਰੱਖੀ, ਉਹ ਸੀ ਤਖਤੇ ਉੱਪਰ ਸੋ ਬਹੇ ਜੋ ਤਖਤੇ ਲਾਇਕ ਹੋਈ। ਸੋ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ, ਬਾਬਾ ਸ਼੍ਰੀ ਚੰਦ, ਬਾਬਾ ਲక్ష్ਮੀ ਦਾਸ ਵਿੱਚੋਂ ਕਿਸੇ ਨੂੰ ਗੁਰਗੱਦੀ ਦੀ ਬਖਸ਼ਿਸ਼ ਨਹੀਂ ਕੀਤੀ, ਬਲਕਿ ਇੱਕ ਨਿਮਾਣੇ ਜਿਹੇ ਸੇਵਕ ਨੂੰ, ਭਾਈ ਲਹਿਣੇ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਗੁਰੂ ਅੰਗਦ ਦੇਵ ਬਣਾ ਦਿੱਤਾ। ਅਤੇ ਉਸ ਵਕਤ ਹਮੇਸ਼ਾ ਤੋਂ, ਉਸ ਵਕਤ ਵੀ, ਉਸ ਤੋਂ ਬਾਅਦ ਵੀ ਹਰ ਸਾਰੇ ਗੁਰੂ ਸਾਹਿਬਾਨ ਦੇ ਵਾਰੀ ਗੁਰਗੱਦੀ ਦੀ ਬਖਸ਼ਿਸ਼ ਵੇਲੇ ਪਰਿਵਾਰ ਵੱਲੋਂ, ਪੁੱਤਰਾਂ ਵੱਲੋਂ ਵਿਰੋਧ ਹੁੰਦਾ ਆਇਆ। ਸੋ ਇਸ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਖਸ਼ੀ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ, ਅਤੇ ਪੁੱਤਰਾਂ ਨੇ ਤੇ ਪਤਾ ਨਹੀਂ ਕੁਝ ਕਿਹਾ ਹੋਏਗਾ ਜਾਂ ਨਹੀਂ, ਲੇਕਿਨ ਮਾਤਾ ਜੀ ਦੇ ਦਿਲ ਵਿੱਚ ਜ਼ਰੂਰ ਆਇਆ, ਮਾਤ ਸੁਲੱਖਣੀ ਦੇ ਮਨ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕੀਤੀ ਆਪਣੇ ਪਤੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਿ ਇਹ ਤੁਸੀਂ ਕੀ ਕੀਤਾ, ਆਪਣੇ ਪੁੱਤਰਾਂ ਨੂੰ ਛੱਡ ਕੇ ਅਤੇ ਤੁਸੀਂ ਸੇਵਕ ਨੂੰ ਗੁਰਗੱਦੀ ਦੇ ਦਿੱਤੀ। ਅਤੇ ਮਹਾਰਾਜ ਨੇ ਉਹਨਾਂ ਨੂੰ ਬੜਾ ਸੁੰਦਰ ਜਵਾਬ ਦਿੱਤਾ ਸੀ ਕਿ ਇਹ ਗੁਰਗੱਦੀ ਸੰਸਾਰਕ ਲੋੜਾਂ ਦੀ ਪੂਰੀ ਕਰਨ ਵਾਸਤੇ ਨਹੀਂ ਹੈ, ਸੰਸਾਰਕ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਇਹ ਗੱਦੀ ਨਹੀਂ ਹੈ। ਇਹ ਤਾਂ ਨਿਰੰਕਾਰ ਦੀ ਗੱਦੀ ਹੈ। ਇਹ ਤਾਂ ਸੰਸਾਰ ਨੂੰ ਤਾਰਨ ਵਾਸਤੇ ਸੇਵਾ, ਸਿਮਰਨ, ਪਾਣਾ ਮੰਨਣ, ਇਹ ਸਾਰੇ ਗੁਣਾਂ ਵਾਲਾ ਜਿਹੜਾ ਹੋਏਗਾ, ਤਖਤੇ ਉੱਪਰ ਸੋ ਬਹੇ ਜੋ ਤਖਤੇ ਲਾਇਕ ਹੋਈ, ਉਹੀ ਉਸੇ ਨੂੰ ਹੀ ਤਖਤ ਮਿਲੇਗਾ। ਸੋ ਇਸੇ ਤਰ੍ਹਾਂ ਹੀ ਅੱਗੇ ਚੱਲ ਕੇ ਜਦੋਂ ਗੁਰੂ ਅੰਗਦ ਦੇਵ ਜੀ ਦੀ ਵਾਰੀ ਆਈ ਅਤੇ ਉਹਨਾਂ ਨੇ ਗੁਰਗੱਦੀ ਦਿੱਤੀ ਕਿਸ ਨੂੰ? ਗੁਰੂ ਅਮਰਦਾਸ ਜੀ ਨੂੰ, ਜਿਹੜੇ ਕਿ ਉਹਨਾਂ ਤੋਂ ਵੱਡੀ ਉਮਰ ਦੇ ਸਨ, ਬਜ਼ੁਰਗ ਸਨ ਔਰ ਰਿਸ਼ਤੇ ਵਿੱਚ ਕੁੜਮ ਲੱਗਦੇ ਸਨ। ਲੇਕਿਨ ਉਹੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਅਸੂਲ ਦੇ ਉੱਤੇ ਚੱਲਦਿਆਂ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਾ ਦੇ ਕੇ ਅਤੇ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ। ਪੁੱਤਰਾਂ ਨੇ ਤਾਂ ਵਿਰੋਧ ਕੀਤਾ ਹੀ। ਭਾਈ ਦੋ ਪੁੱਤਰ ਸਨ, ਦਾਸੂ ਜੀ ਅਤੇ ਦਾਤੂ ਜੀ। ਇੱਥੋਂ ਤੱਕ ਕਿ ਦਾਤੂ ਜੀ ਨੇ ਇੱਕ ਦਿਨ ਦੀਵਾਨ ਵਿੱਚ ਬੈਠੇ ਗੁਰੂ ਅਮਰਦਾਸ ਜੀ, ਬਜ਼ੁਰਗ ਬਾਬਾ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ। ਔਰ ਧੰਨ ਗੁਰੂ ਅਮਰਦਾਸ ਜੀ, ਧੰਨ ਉਹਨਾਂ ਦੀ ਨਿਮਰਤਾ ਔਰ ਧੰਨ ਉਹਨਾਂ ਦਾ ਸਹਿਣ ਸ਼ਕਤੀ ਕਿ ਉਹਨਾਂ ਨੇ ਬਿਲਕੁਲ ਗੁੱਸਾ ਨਹੀਂ ਕੀਤਾ, ਬਲਕਿ ਉਹਨਾਂ ਨੇ ਕਿਹਾ ਤੁਸੀਂ ਗੁਰੂ ਪੁੱਤਰ ਹੋ, ਮੈਂ ਤੁਹਾਡਾ ਸਤਿਕਾਰ ਕਰਦਾ, ਮੇਰੀ ਬਜ਼ੁਰਗ ਅਵਸਥਾ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ ਨੇ ਅਤੇ ਕਿਤੇ ਤੁਹਾਡੇ ਨਿਰਮਲ ਕੋਮਲ ਪੈਰਾਂ ਨੂੰ ਚੋਟ ਤਾਂ ਨਹੀਂ ਲੱਗੀ। ਦੇਖੋ ਕਿੰਨੀ ਕਮਾਲ ਦੀ ਨਿਮਰਤਾ ਹੈ। ਉਹਨਾਂ ਨੇ ਅੱਗੋਂ ਗੁਰੂ ਵਿਰੋਧ ਬਿਲਕੁਲ ਨਹੀਂ ਕੀਤਾ। ਖੈਰ, ਹੁਣ ਉਸ ਤੋਂ ਬਾਅਦ ਹੁਣ ਵਾਰੀ ਆਈ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਬਖਸ਼ਿਸ਼ ਕਰਨ ਦੀ। ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਮੇਰਾ ਅੰਤ ਸਮਾਂ ਨੇੜੇ ਆ ਗਿਆ, ਅਤੇ ਉਹਨਾਂ ਨੇ ਫਿਰ ਆਪਣੇ ਪੁੱਤਰਾਂ ਵਿੱਚੋਂ, ਸੰਗਤ ਵਿੱਚੋਂ ਢੂੰਡਣਾ ਸ਼ੁਰੂ ਕੀਤਾ, ਲੱਭਣਾ ਸ਼ੁਰੂ ਕੀਤਾ ਕਿ ਹੁਣ ਅਗਲੀ ਗੁਰਗੱਦੀ ਜਿਹੜੀ ਉਹ ਕਿਸ ਨੂੰ ਦੇਣੀ ਹੈ। ਸੋ ਗੁਰੂ ਅਮਰਦਾਸ ਜੀ ਨੇ ਕਈ ਤਰ੍ਹਾਂ ਦੀਆਂ ਪ੍ਰੀਖਿਆ ਲਈਆਂ, ਸੰਗਤ ਵਿੱਚੋਂ, ਸੇਵਕਾਂ ਦੀਆਂ। ਆਪਣੇ ਪੁੱਤਰਾਂ ਵਿੱਚੋਂ ਦੋ ਪੁੱਤਰ ਸਨ, ਭਾਈ ਮੋਹਨ ਜੀ, ਭਾਈ ਮੋਰੀ ਜੀ, ਔਰ ਉਹ ਦੋ ਪੁੱਤਰ ਤੇ ਆਪਣੇ ਵੱਲੋਂ ਬੇਫਿਕਰ ਸਨ ਕਿ ਅਸੀਂ ਪੁੱਤਰ ਹਾਂ, ਗੁਰਗੱਦੀ ਤੇ ਸਾਡੇ ਦੋਨਾਂ 'ਚੋਂ ਹੀ ਕਿਸੇ ਨੂੰ ਜ਼ਰੂਰ ਮਿਲ ਜਾਏਗੀ, ਇਹ ਤਾਂ ਸਾਡਾ ਹੱਕ ਹੈ। ਪਰ ਗੁਰੂ ਨਾਨਕ ਦੀ ਮਰਿਆਦਾ ਤਾਂ ਇਹ ਨਹੀਂ ਕਹਿੰਦੀ ਸੀ। ਸੋ ਗੁਰੂ ਅਮਰਦਾਸ ਜੀ ਨੇ ਦੋ ਜਵਾਈ, ਭਾਈ ਰਾਮਾ ਜੀ ਅਤੇ ਜੇਠਾ ਜੀ। ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਬਚਪਨ ਦਾ ਨਾਮ ਜੇਠਾ ਸੀ। ਅਤੇ ਭਾਈ ਰਾਮਾ ਜੀ ਕੌਣ ਸਨ? ਬੀਬੀ ਦਾਨੀ ਜੀ ਦੇ ਪਤੀ। ਦਾਨੀ ਅਤੇ ਪਾਨੀ ਦੋ ਭੈਣਾਂ ਸਨ। ਸੋ ਦਾਨੀ ਜੀ ਦੇ ਪਤੀ ਸਨ ਰਾਮਾ ਜੀ, ਅਤੇ ਬੀਬੀ ਪਾਨੀ ਦੇ ਪਤੀ ਸਨ ਜੇਠਾ ਜੀ, ਜਿਹੜੇ ਕਿ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ।
ਸੋ ਇੱਕ ਦਿਨ ਉਹਨਾਂ ਨੇ ਕੀ ਕਿਹਾ, ਪ੍ਰੀਖਿਆ ਲੈਣੀ ਸ਼ੁਰੂ ਕੀਤੀ ਕਿ ਉਹਨਾਂ ਦੋਨਾਂ ਨੂੰ ਹੁਕਮ ਕੀਤਾ ਕਿ ਮੈਨੂੰ ਬੈਠਣ ਵਾਸਤੇ ਇੱਕ ਥੜੇ ਦੀ ਲੋੜ ਹੈ, ਥੜਾ ਬਣਾਓ। ਸੋ ਦੋਨਾਂ ਨੇ ਥੜਾ ਬਣਾਉਣਾ ਸ਼ੁਰੂ ਕਰਤਾ। ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਕਿਤਨਾ ਉੱਚਾ ਹੋਵੇ, ਕਿਤਨਾ ਲੰਬਾ ਹੋਵੇ, ਕਿਤਨਾ ਚੌੜਾ ਹੋਵੇ, ਉਸ ਤਰੀਕੇ ਦੇ ਨਾਲ ਉਹਨਾਂ ਦੋਨਾਂ ਨੇ ਥੜੇ ਬਣਾਏ। ਸਾਰਾ ਦਿਨ ਮਿਹਨਤ ਕਰਕੇ ਬਣਾਏ, ਲੇਕਿਨ ਸ਼ਾਮ ਤੱਕ ਆ ਕੇ ਮਹਾਰਾਜ ਨੇ ਜਦੋਂ ਦੇਖੇ ਤੇ ਮਹਾਰਾਜ ਨੇ ਕਿਹਾ ਇਹ ਤਾਂ ਠੀਕ ਨਹੀਂ, ਇਹਨਾਂ ਨੂੰ ਉਠਾ ਦਿਓ। ਸੋ ਦੋਨਾਂ ਨੇ ਉਹ ਥੜੇ ਜਿਹੜੇ ਸੀ ਉਠਾ ਦਿੱਤੇ। ਖੈਰ ਦੂਸਰੇ ਦਿਨ ਫਿਰ ਮਹਾਰਾਜ ਨੇ ਕਿਹਾ ਕਿ ਅੱਜ ਫਿਰ ਤੁਸੀਂ ਦੋਨੋਂ ਥੜੇ ਬਣਾਓ। ਦੋਨਾਂ ਨੇ ਫਿਰ ਥੜੇ ਬਣਾਏ ਤੇ ਸ਼ਾਮ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਬਿਲਕੁਲ ਠੀਕ ਨਹੀਂ, ਇਹਨਾਂ ਨੂੰ ਉਠਾ ਦਿਓ। ਸੋ ਉਹਨਾਂ ਦਾ ਹੁਕਮ ਮੰਨਦੇ ਹੋਇਆ ਉਹ ਥੜੇ ਉਠਾ ਦਿੱਤੇ ਗਏ। ਹੁਣ ਤੀਸਰੇ ਦਿਨ ਫਿਰ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਥੜੇ ਤਾਂ ਬਣਾਉਣੇ ਹੀ ਨੇ, ਫਿਰ ਦੁਬਾਰਾ ਬਣਾਏ ਜਾਣ। ਫਿਰ ਦੁਬਾਰਾ ਜਦੋਂ ਬਣਾਏ ਗਏ ਤੇ ਸ਼ਾਮ ਦੇ ਟਾਈਮ ਜਦੋਂ ਮਹਾਰਾਜ ਨੇ ਕਿਹਾ ਕਿ ਇਹ ਠੀਕ ਨਹੀਂ, ਤੇ ਭਾਈ ਰਾਮਾ ਜੀ ਨੇ ਵਿਰੋਧ ਸ਼ੁਰੂ ਕਰ ਦਿੱਤਾ। ਭਾਈ ਰਾਮਾ ਜੀ ਨੇ ਕਿਹਾ ਪਿਤਾ ਜੀ ਆਪ ਬਜ਼ੁਰਗ ਹੋ ਗਏ ਹੋ, ਆਪ ਗੱਲ ਕਰਕੇ ਭੁੱਲ ਜਾਂਦੇ ਹੋ। ਜੋ ਤੁਸੀਂ ਜਿੰਨਾ ਨਾਪ ਕਿਹਾ, ਜਿਤਨਾ ਉੱਚਾ ਕਿਹਾ, ਜਿਤਨਾ ਲੰਬਾ ਚੌੜਾ ਕਿਹਾ ਮੈਂ ਬਣਾਇਆ, ਮੇਰੇ ਕੋਲੋਂ ਤੇ ਇਸ ਤੋਂ ਅੱਛਾ ਨਹੀਂ ਬਣ ਸਕਦਾ। ਉਹ ਤੇ ਮੈਦਾਨ ਵਿੱਚੋਂ ਹਟ ਗਏ। ਲੇਕਿਨ ਭਾਈ ਜੇਠਾ ਜੀ ਨੇ ਜਿਸ ਤਰ੍ਹਾਂ ਹੁਕਮ ਕੀਤਾ ਸੀ ਉਸੇ ਉਹਨਾਂ ਨੇ ਢਾ ਦਿੱਤਾ। ਇਸ ਤਰ੍ਹਾਂ ਕਰਦੇ ਕਰਦੇ 7 ਦਿਨ ਤੱਕ ਜੇਠਾ ਜੀ ਉਹ ਥੜਾ ਬਣਾਉਂਦੇ ਰਹੇ ਤੇ ਗੁਰੂ ਮਹਾਰਾਜ ਉਸ ਨੂੰ ਉਠਾਉਂਦੇ ਰਹੇ, ਪਰ ਉਹਨਾਂ ਨੇ ਕਦੀ ਵਿਰੋਧ ਨਹੀਂ ਕੀਤਾ, ਕਦੀ ਕਿੰਤੂ ਪਰੰਤੂ ਨਹੀਂ ਕੀਤਾ, ਹੁਕਮ ਮੰਨ ਕੇ ਤੇ ਉਹ ਬਣਾਉਂਦੇ ਰਹੇ। 7ਵੇਂ ਦਿਨ ਜਦੋਂ ਗੁਰੂ ਅਮਰਦਾਸ ਜੀ ਨੇ ਦੇਖਿਆ ਕਿ ਇਹ ਥੜਾ ਜਿਹੜਾ ਇਹ, ਉਸ ਵਕਤ ਉਹਨਾਂ ਨੇ ਸੰਗਤ ਵਿੱਚ ਕਹਿ ਦਿੱਤਾ ਇਹ ਥੜਾ ਇਹ ਠੀਕ ਹੈ। ਉਹ ਐਕਚੁਅਲੀ ਥੜੇ ਕੀ ਸਨ ਕਿ ਉਹਨਾਂ ਨੇ ਕਿਹਾ ਜੇਠਾ ਜੀ ਤੁਸੀਂ ਇੱਕ ਥੜਾ ਨਹੀਂ ਬਣਾਇਆ, ਤੁਸੀਂ 7 ਥੜੇ ਬਣਾਏ ਨੇ, 7 ਦਿਨਾਂ ਤੋਂ ਬਣਾ ਰਹੇ ਸੀ। ਔਰ ਉਹ 7 ਥੜੇ ਸਿੰਬੋਲਿਕ ਸਨ ਕਿਸ ਚੀਜ਼ ਦੇ? ਗੁਰਗੱਦੀਆਂ ਦੇ। ਕਿਉਂਕਿ ਗੁਰੂ ਅਮਰਦਾਸ ਜੀ ਤੋਂ ਬਾਅਦ ਫਿਰ 7 ਵਾਰੀ ਗੁਰਗੱਦੀ ਦੀ ਪਰੰਪਰਾ ਜਿਹੜੀ ਸੀ ਉਹ ਨਿਭਾਈ ਜਾਣੀ ਸੀ। ਉਸ ਤੋਂ ਬਾਅਦ 7 ਗੁਰੂ ਹੋਏ ਨੇ, ਗਿਣ ਕੇ ਦੇਖ ਲਓ। ਉਹਨਾਂ ਤੋਂ ਬਾਅਦ 7 ਗੁਰੂ ਸਾਹਿਬਾਨ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਹੈ ਔਰ ਉਹਨਾਂ ਨੂੰ ਸਿੰਘਾਸਨ 'ਤੇ ਬਿਠਾਇਆ ਗਿਆ। ਸੋ ਉਹਨਾਂ ਨੇ ਕਿਹਾ ਭਾਈ ਜੇਠਾ ਜੀ ਤੁਸੀਂ ਤਾਂ ਬੜੀ ਦੂਰ ਤੱਕ ਕੰਮ ਕਰ ਦਿੱਤਾ ਤੇ ਤੁਸੀਂ 7 ਥੜੇ ਬਣਾ ਦਿੱਤੇ, ਅੱਗੋਂ ਵਾਸਤੇ 7 ਥੜੇ ਬਣਾ ਦਿੱਤੇ। ਔਰ ਭਾਈ ਜੇਠਾ ਜੀ ਨੇ ਇਹ ਕਿਹਾ ਮਹਾਰਾਜ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਤੁਸੀਂ ਮੈਨੂੰ ਜਿਹੋ ਜਿਹੀ ਮੱਤ ਦਿੱਤੀ ਮੈਂ ਉਹ ਜਿਹਾ ਕੰਮ ਕੀਤਾ, ਮੈਨੂੰ ਤਾਂ ਕੁਝ ਸਮਝ ਨਹੀਂ। ਉਹਨਾਂ ਦੀ ਨਿਮਰਤਾ ਸੀ। ਦੇਖੋ 7 ਦਿਨ ਤੱਕ ਉਹ ਬਣਾਉਂਦੇ ਰਹੇ, ਢਾਉਂਦੇ ਰਹੇ, ਚੂਹ ਨਹੀਂ ਕੀਤੀ ਔਰ ਅਖੀਰ ਤੋਂ ਇਹ ਕਹਿ ਦਿੱਤਾ ਕਿ ਤੁਸੀਂ ਕਿਰਪਾ ਕਰਕੇ ਮੇਰੇ ਕੋਲ ਕੰਮ ਜਿਹੜਾ ਉਹ ਠੀਕ ਕਰਾ ਲਿਆ। ਸੋ ਉਸ ਵਕਤ ਹੀ ਗੁਰੂ ਅਮਰਦਾਸ ਜੀ ਨੇ ਆਪਣੇ ਮਨ ਨਾਲ ਇਹ ਫੈਸਲਾ ਕਰ ਲਿੱਤਾ ਕਿ ਮੇਰੀ ਆਤਮਾ ਨੂੰ ਹੁਣ 7 ਸਿੰਘਾਸਨ ਮਿਲ ਗਏ ਨੇ, ਅੱਗੋਂ 7 ਗਦੀਆਂ ਹੋਰ ਅੱਗੇ ਚੱਲਣਗੀਆਂ। ਸੋ ਇਹ ਸੋਚਦੇ ਹੋਏ ਇੱਕ ਦਿਨ ਉਹਨਾਂ ਨੇ ਸੰਗਤ ਵਿੱਚ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਾ ਕੇ ਲਿਆਂਦਾ ਜਾਏ ਔਰ ਗੁਰਗੱਦੀ ਦੀ ਰਸਮ ਨਿਭਾਈ ਜਾਏ। ਸੋ ਗੁਰਗੱਦੀ ਦੀ ਰਸਮ ਨਿਭਾਈ ਗਈ। ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ, 5 ਪੈਸੇ ਰੱਖ ਕੇ, ਨਾਰੀਅਲ ਰੱਖ ਕੇ ਪਰਿਕਰਮਾ ਕੀਤੀ ਗੁਰੂ ਮਹਾਰਾਜ ਨੇ ਤੇ ਉਹਨਾਂ ਨੂੰ ਚੌਥੇ ਗੁਰੂ ਥਾਪ ਦਿੱਤਾ, ਗੁਰੂ ਰਾਮਦਾਸ ਬਣਾ ਦਿੱਤਾ। ਹੁਣ ਜਦੋਂ ਗੁਰੂ ਰਾਮਦਾਸ ਜੀ ਕਵਾਂਗੇ, ਇਸ ਤੋਂ ਬਾਅਦ ਜੇਠਾ ਜੀ ਨਹੀਂ ਕਵਾਂਗੇ, ਜਦੋਂ ਗੱਦੀ 'ਤੇ ਬੈਠੇ ਉਹਨਾਂ ਦੀ ਅੱਖਾਂ 'ਚ ਆਂਸੂ ਆ ਗਏ। ਗੁਰੂ ਅਮਰਦਾਸ ਜੀ ਬੜੇ ਹੈਰਾਨ ਸਨ ਕਿ ਉਹਨਾਂ ਦੀਆਂ ਅੱਖਾਂ ਵਿੱਚ ਆਂਸੂ ਦੇਖ ਕੇ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਪੁਰਖਾ ਮੈਂ ਬਚਪਨ ਤੋਂ ਤੈਨੂੰ ਦੇਖਿਆ, ਤੇਰੇ ਮਾਂ-ਬਾਪ ਸਿਰ ਤੋਂ ਸਾਇਆ ਉੱਠ ਗਿਆ, ਤੂੰ ਯਤੀਮ ਹੋ ਗਿਆ, ਪਰ ਮੈਂ ਤੈਨੂੰ ਕਦੀ ਰੋਂਦਿਆਂ ਨਹੀਂ ਦੇਖਿਆ, ਮੈਂ ਕਦੀ ਤੇਰੀਆਂ ਅੱਖਾਂ 'ਚ ਆਂਸੂ ਨਹੀਂ ਦੇਖੇ। ਉਸ ਤੋਂ ਬਾਅਦ ਤੂੰ ਕਿਤਨੀ ਗਰੀਬੀ ਵਿੱਚ ਬਚਪਨ ਕੱਟਿਆ, ਕਿਤਨੀ ਗਰੀਬੀ ਵਿੱਚ ਨਾਨੀ ਦੇ ਕੋਲ ਰਹਿ ਕੇ ਕੁੰਗੜੀਆਂ ਵੇਚ ਕੇ ਕਿਸ ਤਰ੍ਹਾਂ ਗੁਜ਼ਾਰਾ ਕੀਤਾ, ਗਰੀਬੀ ਦੇ ਵਿੱਚ ਬਚਪਨ ਕੱਟਿਆ ਤੇ ਤੂੰ ਕਦੀ ਮੈਂ ਤੇਰੀਆਂ ਅੱਖਾਂ ਵਿੱਚ ਆਂਸੂ ਨਹੀਂ ਦੇਖੇ। ਤੇ ਅੱਜ ਜੇ ਗੁਰੂ ਨਾਨਕ ਦੀ ਗੱਦੀ ਦੀ ਬਖਸ਼ਿਸ਼ ਹੋਈ ਹੈ ਤੇ ਤੇਰੀਆਂ ਅੱਖਾਂ 'ਚ ਆਂਸੂ ਕਿਉਂ ਆ ਗਏ ਬਈ? ਸੋ ਉਸ ਗੱਲ ਦਾ ਜਵਾਬ ਜਿਹੜਾ ਸੀ ਗੁਰੂ ਰਾਮਦਾਸ ਜੀ ਨੇ ਉਹ ਜਿਹੜਾ ਦਿੱਤਾ, ਉਹ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਜਿਹੜਾ ਕਿ ਹੁਣੇ ਹੀ ਸੁਣਿਆ ਹੋਵੇਗਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਿ ਹੇ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਮੈਨੂੰ ਬਚਪਨ ਤੋਂ ਦੇਖਿਆ, ਮੈਂ ਤਾਂ ਰੁਲਦਾ ਫਿਰਦਾ ਸੀ ਗਲੀਆਂ 'ਚ, ਮੇਰੀ ਕੋਈ ਬਾਤ ਨਹੀਂ ਪੁੱਛਦਾ ਸੀ, ਤੇ ਜੇ ਮੈਂ ਤੁਹਾਡੇ ਸ਼ਰਨ ਵਿੱਚ ਆਇਆ, ਤੁਹਾਡੇ ਕੋਲ ਆ ਕੇ ਤੁਸੀਂ ਮੈਨੂੰ ਕੀ ਕੀਤਾ? ਮੇਰੇ ਵਰਗੇ ਕੀੜੇ ਮਕੌੜੇ ਨੂੰ, ਮੇਰੇ ਵਰਗੇ ਨਿਮਾਣੇ ਜਿਹੀ ਚੀਜ਼ ਨੂੰ ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ, ਮੈਨੂੰ ਤੁਸੀਂ ਸਿੰਘਾਸਨ 'ਤੇ ਬਿਠਾ ਦਿੱਤਾ, ਤੁਸੀਂ ਮੈਨੂੰ ਗੁਰੂ ਥਾਪ ਦਿੱਤਾ। ਸੋ ਇਹ ਸ਼ੁਕਰਾਨੇ ਦੇ ਆਂਸੂ ਨੇ, ਇਹ ਦੁੱਖ ਦੇ ਆਂਸੂ ਨਹੀਂ, ਇਹ ਸ਼ੁਕਰਾਨੇ ਦੇ ਆਂਸੂ ਮੇਰੇ ਅੱਖਾਂ 'ਚ ਆ ਗਏ ਨੇ ਕਿ ਤੁਸੀਂ ਮੇਰੀ ਹਾਲਤ ਜਾਣਦੇ ਹੋਏ ਵੀ ਤੁਸੀਂ ਦੇਖੋ ਮੈਨੂੰ ਕਿੰਨੀ ਵੱਡੀ ਪਦਵੀ ਦੇ ਦਿੱਤੀ। ਸੋ ਇਸ ਤਰੀਕੇ ਨਾਲ ਉਹਨਾਂ ਦੀ ਗੁਰਗੱਦੀ ਦੀ ਰਸਮ ਜਿਹੜੀ ਸੀ ਉਹ ਨਿਭਾਈ ਗਈ। ਹੁਣ ਦੂਸਰਾ ਗੁਰਪੁਰਬ ਜਿਹੜਾ ਸੀ ਗੁਰੂ ਅਮਰਦਾਸ ਜੀ ਦਾ। ਸੋ ਧੰਨ ਗੁਰੂ ਅਮਰਦਾਸ ਜੀ, ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸਾਡੇ ਸਾਰੇ ਗੁਰੂ ਸਾਹਿਬਾਨ ਵਿੱਚੋਂ ਸੰਸਾਰਕ ਉਮਰ ਉਹਨਾਂ ਦੀ ਸਭ ਤੋਂ ਜ਼ਿਆਦਾ ਸੀ, ਬਜ਼ੁਰਗ ਬਾਬਾ ਜੀ ਸਨ। ਸੋ ਸੰਸਾਰਕ ਉਮਰ ਦੇ ਨਾਲ ਨਾਲ ਉਹਨਾਂ ਦਾ ਤਜਰਬਾ ਵੀ ਬਹੁਤ ਜ਼ਿਆਦਾ ਸੀ ਔਰ ਉਹਨਾਂ ਨੇ ਬੜੀਆਂ ਪ੍ਰੈਕਟੀਕਲ ਗੱਲਾਂ
ਸਾਡੇ ਵਾਸਤੇ ਜਿਹੜੀਆਂ ਨੇ ਉਹ ਕਰ ਗਏ ਨੇ। ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ। ਸਤੀ ਪ੍ਰਥਾ ਜਿਹੜੀ ਕਿ ਉਸ ਵਕਤ ਬੜੀ ਪ੍ਰਚਲਿਤ ਸੀ, ਉਸ ਦਾ ਖੰਡਨ ਕੀਤਾ। ਵਿਧਵਾ ਵਿਆਹ ਨੂੰ ਪ੍ਰਵਾਨਗੀ ਦਿੱਤੀ ਅਤੇ ਸੰਗਤਾਂ ਨੂੰ, ਬੀਬੀਆਂ ਨੂੰ ਸੰਗਤ ਦੇ ਵਿੱਚ ਕੁੰਡ ਕੱਢ ਕੇ ਆਉਣ ਦੇ ਵਾਸਤੇ ਵੀ ਉਹ ਜਿਹੜਾ ਰਿਵਾਜ਼ ਚੱਲਿਆ ਆ ਰਿਹਾ ਸੀ ਉਸ ਦਾ ਵੀ ਖੰਡਨ ਕੀਤਾ। ਉਸ ਤੋਂ ਇਲਾਵਾ ਲੰਗਰ ਦੀ ਪ੍ਰਥਾ ਜਾਰੀ ਕੀਤੀ, ਪਹਿਲਾਂ ਪੰਗਤ ਪਾਛੇ ਸੰਗਤ, ਕਿ ਜਿਹੜਾ ਵੀ ਆਏ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਉਹ ਪਹਿਲੇ ਲੰਗਰ ਜ਼ਰੂਰ ਛਕੇ। ਸੋ ਪੰਗਤ ਵਿੱਚ ਬਿਠਾਉਣ ਦਾ ਮਤਲਬ ਕੀ ਸੀ? ਅਸਲ ਮਤਲਬ ਸੀ ਊਚ ਨੀਚ ਦਾ ਭੇਦਭਾਵ ਜਿਹੜਾ ਸੀ ਉਸ ਨੂੰ ਦੂਰ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਬਹੁਤ ਸਾਰੀ ਬਾਣੀ ਰਚੀ ਔਰ ਉਹਨਾਂ ਦੀ ਸਭ ਤੋਂ ਕਈ ਰਾਗਾਂ ਵਿੱਚ ਬਾਣੀ ਹੈ, ਪਰ ਸਭ ਤੋਂ ਸ਼ਾਹਕਾਰ ਬਾਣੀ ਜਿਹੜੀ ਹੈ ਆਨੰਦ ਸਾਹਿਬ ਹੈ, ਜਿਸ ਤੋਂ ਬਿਨਾਂ ਕੋਈ ਕੀਰਤਨ ਸਮਾਗਮ, ਕੋਈ ਕਥਾ ਸਮਾਗਮ, ਕੋਈ ਗੁਰਮਤਿ ਸਮਾਗਮ ਉਸ ਦੀ ਸੰਪੂਰਨਤਾ ਨਹੀਂ ਹੋ ਸਕਦੀ। ਅਸੀਂ 6 ਪੜ੍ਹੀਆਂ ਆਨੰਦ ਸਾਹਿਬ ਜ਼ਰੂਰ ਪੜ੍ਹਦੇ ਹਾਂ ਔਰ ਨਿਤਨੇਮ ਵਿੱਚ ਪੂਰਾ ਆਨੰਦ ਸਾਹਿਬ ਅਸੀਂ ਪੜ੍ਹਦੇ ਹਾਂ। ਖੈਰ, ਸੋ ਉਹਨਾਂ ਨੇ, ਜਿਸ ਤਰ੍ਹਾਂ ਕਿ ਮੈਂ ਅਕਸਰ ਬੇਨਤੀ ਕਰਦੀ ਹਾਂ ਕਿ ਸਾਡੇ ਗੁਰੂ ਸਾਹਿਬਾਨ ਗ੍ਰਸਤੀ ਸਨ, ਸਾਰੇ ਹੀ ਗ੍ਰਸਤੀ ਸਨ। ਸੋ ਗ੍ਰਸਤ ਜੀਵਨ ਵਿੱਚ ਆਉਣ ਵਾਲੇ ਹਰ ਮੌਕੇ ਵਾਸਤੇ ਸਾਨੂੰ ਗੁਰਬਾਣੀ ਦੇ ਵਿੱਚ ਕੋਈ ਨਾ ਕੋਈ ਉਦਾਹਰਨ ਜਿਹੜਾ ਉਹ ਜ਼ਰੂਰ ਮਿਲਦਾ ਗੁਰੂ ਸਾਹਿਬਾਨ ਦੀ ਜ਼ਿੰਦਗੀ ਵਿੱਚ। ਸੋ ਉਹ ਉਦਾਹਰਨ ਜਿਹੜੇ ਉਹ ਸਾਨੂੰ ਹਮੇਸ਼ਾ ਮਿਲਦੇ ਹੀ ਨੇ। ਸੋ ਇੱਥੇ ਮਹਾਰਾਜ ਨੇ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਏ ਅਤੇ ਉਸ ਵਕਤ ਸਾਨੂੰ ਅਸੀਂ ਕੀ ਕਰਨਾ ਔਰ ਕੀ ਨਹੀਂ ਕਰਨਾ, ਇਸ ਦੀ ਇੱਕ ਗਾਈਡਲਾਈਨ ਉਹ ਸਾਨੂੰ ਦੇ ਗਏ ਨੇ। ਔਰ ਉਹ ਬਾਣੀ ਦਾ ਨਾਮ ਹੈ ਸੱਧ। ਉਹ ਸੱਧ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ। ਸਹਿਜ ਪਾਠ ਕਰਦੇ ਹਾਂ, ਸਭ ਨੂੰ ਪਤਾ ਹੈ ਕਿ ਉਹ ਬਾਣੀ ਵਿਚਕਾਰ ਜ਼ਰੂਰ ਆਉਂਦੀ ਹੈ। ਸੋ ਉਹ ਸੱਧ ਬਾਣੀ ਜਿਹੜੀ ਸੀ ਉਹ ਸਾਡੇ ਵਾਸਤੇ ਇੱਕ ਤਰੀਕੇ ਨਾਲ ਮਰਨੇ ਦੀ ਕਰਨ ਦਾ ਤਰੀਕਾ, ਕਿ ਕੀ ਕਰਨਾ ਔਰ ਕੀ ਨਹੀਂ ਕਰਨਾ, ਸੋ ਉਸ ਦੇ ਵਾਸਤੇ ਉਹ ਸੱਧ ਬਾਣੀ ਸਾਡੀ ਗਾਈਡ ਹੈ। ਵੈਸੇ ਤਾਂ ਹਰ ਮੌਕੇ ਵਾਸਤੇ ਸਾਨੂੰ ਗੁਰਬਾਣੀ ਦੇ ਸ਼ਬਦ ਮਿਲਦੇ ਨੇ। ਖੈਰ, ਹੁਣ ਸੱਧ ਬਾਣੀ ਜਿਹੜੀ ਉਹਦੇ 'ਚ ਮੌਤ ਦਾ ਜ਼ਿਕਰ ਹੈ। ਗੁਰਬਾਣੀ ਵਿੱਚ ਮੌਤ ਦਾ ਜ਼ਿਕਰ ਬਹੁਤ ਵਾਰੀ ਆਇਆ, ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਾਂ ਵਿਰਾਗ ਨਾਲ ਭਰਪੂਰ ਹੈ। ਉਹਨਾਂ ਦੀ ਬਾਣੀ 'ਚ ਤਾਂ ਬਹੁਤ ਹੀ ਜ਼ਿਆਦਾ ਇਸ ਚੀਜ਼ ਦਾ ਜ਼ਿਕਰ ਆਇਆ ਕਿ ਮੌਤ ਅਟਲ ਸੱਚਾਈ ਹੈ, ਹਰ ਇਨਸਾਨ ਨੇ ਮਰਨਾ ਹੈ ਔਰ ਮਰਨਾ ਤੇ ਉਹਨਾਂ ਨੇ ਉਸਦੇ ਨਾਲ ਕੁਛ ਨਹੀਂ ਲੈ ਜਾਣਾ। ਸੋ ਉਹ ਤਾਂ ਇੱਕ ਅਟਲ ਸੱਚਾਈ ਹੈ ਹੀ। ਲੇਕਿਨ ਉਸ ਤੋਂ ਪਹਿਲੇ ਸਾਡੇ ਸਮਾਜ ਦੇ ਵਿੱਚ ਬ੍ਰਾਹਮਣੀ ਰੀਤਾਂ ਰਿਵਾਜ਼ ਜਿਹੜੇ ਸਨ ਉਹ ਚੱਲਦੇ ਸਨ, ਅੱਜ ਵੀ ਚੱਲਦੇ ਨੇ। ਖੈਰ, ਸੋ ਬ੍ਰਾਹਮਣਾਂ ਦੇ ਅਨੁਸਾਰ ਨਾਲ ਕੀ ਹੁੰਦਾ ਸੀ ਕਿ ਜਦੋਂ ਕਿਸੇ ਘਰ ਪੁਰਾਣੀ ਕੋਈ ਲੱਗਦਾ ਸੀ ਕਿ ਪ੍ਰਾਣੀ ਹੁਣ ਮਰਨ ਵਾਲਾ ਹੈ, ਅਤੇ ਉਸਨੂੰ ਮੰਜੇ ਤੋਂ ਉਤਾਰ ਕੇ ਅਤੇ ਜ਼ਮੀਨ 'ਤੇ ਹੇਠਾਂ ਲਾ ਲੈਂਦੇ ਸਨ ਅਤੇ ਉੱਤੇ ਕੱਪੜਾ ਵਿਛਾ ਕੇ ਉਸਨੂੰ ਲਿਟਾ ਦਿੱਤਾ ਜਾਂਦਾ ਸੀ। ਉਸ ਦੇ ਬਾਅਦ ਉਹਦੇ ਹੱਥਾਂ ਦੀਆਂ ਤਲੀਆਂ 'ਤੇ ਆਟੇ ਦੇ ਦੀਵੇ ਜਗਾ ਕੇ ਰੱਖ ਦਿੱਤੇ ਜਾਂਦੇ ਸਨ ਅਤੇ ਬ੍ਰਾਹਮਣ ਦੀ ਭੇਟਾ ਵਾਸਤੇ ਦੀਵੇ ਦੇ ਵਿੱਚ ਸਿੱਕੇ ਪਾਏ ਜਾਂਦੇ ਸਨ। ਔਰ ਉਸ ਤੋਂ ਇਸ ਦਾ ਮਤਲਬ ਇਹਦੀ ਮਰਿਆਦਾ ਦਾ ਭਾਵ ਇਹ ਸੀ ਕਿ ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅੱਗੇ ਹਨੇਰੀ ਪੈਂਡੇ ਵਿੱਚੋਂ ਲੰਘਣਾ, ਜਿੱਥੇ ਰਸਤਾ ਦੇਖਣ ਵਾਸਤੇ ਉਸ ਨੂੰ ਦੀਵੇ ਦੀ ਲੋੜ ਪਏਗੀ। ਸੋ ਇਹੋ ਜਿਹੀਆਂ ਰੀਤਾਂ ਜਿਹੜੀਆਂ ਸਨ ਉਹ ਕੀਤੀਆਂ ਜਾਂਦੀਆਂ ਸਨ। ਫਿਰ ਜਦੋਂ ਪ੍ਰਾਣੀ ਮਰ ਜਾਂਦਾ ਸੀ ਤਾਂ ਉਸਦੇ ਸਰੀਰ ਦਾ ਸੰਸਕਾਰ ਕਰਨ ਤੋਂ ਪਹਿਲੇ ਆਟੇ ਦੇ, ਤਿਲਾਂ ਦੇ ਪੇੜੇ ਜਿਹੜੇ ਸਨ ਉਹ ਮਨਸਾਏ ਜਾਂਦੇ ਸਨ। ਬ੍ਰਾਹਮਣ ਨੂੰ ਬੁਲਾਇਆ ਜਾਂਦਾ ਸੀ, ਉਹ ਕਈ ਤਰ੍ਹਾਂ ਦੇ ਮੰਤਰ ਪੜ੍ਹਦਾ ਸੀ, ਸੂਰਜ ਵੱਲ ਪਾਣੀ ਮੂੰਹ ਕਰਕੇ ਪਾਣੀ ਦਿੰਦਾ ਸੀ। ਸੋ ਘਰ ਤੋਂ ਟੁਰਨ ਤੋਂ ਲੈ ਕੇ ਮਸਾਣ ਤੱਕ ਅੱਧੇ ਮਾਰਗ ਵਿੱਚ ਫਿਰ ਕੀ ਹੁੰਦਾ ਸੀ ਕਿ ਮ੍ਰਿਤਕ ਦਾ ਫੱਟਾ ਜਿਹੜਾ ਸੀ ਉਹਨੂੰ ਜ਼ਮੀਨ 'ਤੇ ਰੱਖ ਦਿੰਦੇ ਸਨ। ਕਦੋਂ ਤੁਰਨ ਲੱਗਿਆ ਇੱਕ ਮਿੱਟੀ ਦਾ ਮਟਕਾ ਨਾਲ ਲੈ ਕੇ ਜਾਂਦੇ ਸਨ। ਅੱਧੇ ਮਾਰਗ ਵਿੱਚ ਉਸ ਭਾਂਡੇ ਨੂੰ ਜ਼ੋਰ ਦੀ ਉਹ ਭੰਨ ਦਿੰਦੇ ਸਨ ਅਤੇ ਇਹ ਕੰਮ ਜਿਹੜਾ ਸੀ ਉਸ ਦਾ ਪੁੱਤਰ ਹੀ ਕਰਦਾ ਸੀ। ਉਹ ਇਸ ਦਾ ਵਿਸ਼ਵਾਸ ਇਹ ਸੀ ਕਿ ਮ੍ਰਿਤਕ ਦੀ ਆਤਮਾ ਜਿਹੜੀ ਹੈ ਉਹ ਸਰੀਰਕ ਮੋਹ ਕਰਕੇ ਅਜੇ ਉਸ ਮੁੱਦੇ ਦੇ ਦੁਆਲੇ ਪਾਉਂਦੀ ਫਿਰਦੀ ਹੈ ਔਰ ਇਸ ਭਿਆਨਕ ਆਵਾਜ਼ ਦੇ ਨਾਲ ਉਹ ਜਿਹੜੀ ਹੈ ਉਹ ਆਤਮਾ ਜਿਹੜੀ ਉਹ ਅੱਗੇ ਆਰਾਮ ਨਾਲ ਦੂਰ ਚਲੀ ਜਾਏਗੀ। ਸੰਸਕਾਰ ਕਰਨ ਵੇਲੇ ਫਿਰ ਮੰਤਰ ਪੜ੍ਹੇ ਜਾਂਦੇ ਸਨ। ਫਿਰ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਸ ਦੀਆਂ ਬਚ ਰਹੀਆਂ ਹੱਡੀਆਂ ਅਸਥੀਆਂ ਨੂੰ ਹਰਿਦੁਆਰ ਗੰਗਾ ਨਦੀ ਵਿੱਚ ਪਾਇਆ ਜਾਂਦਾ ਸੀ। ਹਿੰਦੂ ਮਰਿਆਦਾ ਦੇ ਹਿਸਾਬ ਨਾਲ ਜਿਸ ਦੀਆਂ ਅਸਥੀਆਂ ਗੰਗਾ ਵਿੱਚ ਨਾ ਪੈਣ ਉਸ ਦੀ ਮੁਕਤੀ ਨਹੀਂ ਹੁੰਦੀ। ਸੋ ਉਸ ਤੋਂ ਬਾਅਦ ਵੀ 13 ਦਿਨ ਤੱਕ ਘਰ ਦੇ ਵਿੱਚ ਇੱਕ ਮਾਹੌਲ ਬਣਿਆ ਰਹਿੰਦਾ ਸੀ। ਘਰ ਦੇ ਰਿਸ਼ਤੇਦਾਰ, ਸ਼ਰੀਕੇ ਬਰਾਦਰੀ ਦੇ ਲੋਕ ਉਹ ਰਾਤ ਨੂੰ ਆ ਕੇ ਉਸ ਘਰ ਵਿੱਚ ਸੌਂਦੇ ਸਨ। ਉਹਨਾਂ ਨੂੰ ਇਹ ਲੱਗਦਾ ਸੀ ਕਿ ਆਤਮਾ ਅਜੇ ਵੀ ਇਸ ਘਰ ਵਿੱਚ ਫਿਰ ਰਹੀ ਹੈ ਅਤੇ ਘਰ ਵਾਲੇ ਕਿਤੇ ਡਰਨ ਨਾ, ਇਸ ਵਾਸਤੇ ਸਾਰੇ ਆ ਕੇ ਉਹਨਾਂ ਦੇ ਕੋਲ ਬੈਠਦੇ ਸਨ। ਭਾਵੇਂ ਅੱਜ ਤਾਂ ਖਤਮ ਹੋ ਗਈ ਹੈ, ਲੋਕਾਂ ਕੋਲ ਨਾ ਆਉਣ ਦਾ ਸਮਾਂ ਅਤੇ ਘਰ ਨਾ ਬਿਠਾਉਣ ਦਾ ਕਿਸੇ ਨੂੰ ਸਮਾਂ। ਖੈਰ, ਉਸ ਵਕਤ ਇਸੇ ਤਰੀਕੇ ਨਾਲ ਹੀ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਸਾਲ ਦੇ ਬਾਅਦ ਫਿਰ ਸ਼ਰਾਧਾਂ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜਾਂਦੀ ਸੀ। ਸਾਲ ਦੇ ਬਾਅਦ ਫਿਰ ਸ਼ਰਾਧ ਕਰੋ। ਉੱਥੇ 11 ਮਹੀਨੇ ਦੇ ਬਾਅਦ ਪ੍ਰਾਣੀ ਨੂੰ ਭੁੱਖ ਲੱਗੀ ਹੈ, ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ। ਸੋ ਪੰਡਤ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹ ਸ਼ਰਾਧ ਕਰਵਾਉਂਦੇ ਸਨ। ਖੈਰ, ਸੋ ਇਹਨਾਂ ਸਾਰੀਆਂ ਰੀਤਾਂ ਦਾ ਖੰਡਨ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਉਹ ਬਾਣੀ ਨੂੰ ਉਚਾਰਿਆ, ਸੱਧ ਬਾਣੀ। ਸੱਧ ਦਾ ਮਤਲਬ ਸੱਦਾ ਦਾ ਮਤਲਬ ਮੈਸੇਜ ਆਇਆ ਕਿੱਥੋਂ? ਪਰਮਾਤਮਾ ਕੋਲੋਂ।
ਰੱਬ ਕੋਲੋਂ ਮੈਸੇਜ ਆਇਆ, ਜਿਸਨੇ ਮੈਨੂੰ ਭੇਜਿਆ ਸੀ ਉਹਦੇ ਵੱਲੋਂ ਹੁਣ ਸੱਦਾ ਆ ਗਿਆ, ਹੁਣ ਮੈਂ ਉਹਦੇ ਕੋਲ ਜਾਣਾ ਅਤੇ ਹੁਣ ਕੀ ਕਰਨਾ ਚਾਹੀਦਾ, ਹੁਣ ਇਹ ਕੀ ਕਰਨਾ ਚਾਹੀਦਾ। ਉਸ ਵਕਤ ਮਹਾਰਾਜ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਫਿਰ ਕੀ ਕੀਤਾ, ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ, ਇੱਕ ਵਾਰੀ ਸਾਰੇ ਸਰਵਣ ਕਰੋ ਜੀ। सतगुर पाने अपने बेपरवार सदाया, सतगुर पाने अपने बेपरवार सदाया। मत में पीछे कोई रोवसी, मत में पीछे कोई रोवसी, सो मैं मूल न पाया, सो मैं मूल न पाया, सो मैं मूल न पाया, सो मैं मूल न पाया। सो महाराज ने की कीता कि अपना अंत समा जान के उन्होंने की किया, अपने सारे परिवार को इकट्ठा किया। सुख नाल उन्हों का परिवार भी बहुत वड्डा सी, सारे भरा भाई इकट्ठे रहते सन, भरावां दे बच्चे सन, अगों पुत्तर नूंहां, बहुत वड्डा परिवार सी। सो उन्होंने अपने पुत भाई परिवार सारिਆਂ बुला लिया, कोल बिठा के फिर उन्होंने सब तो पहला हुक्म किया, मत मैं पिछे कोई रोव सी, सो मैं मूल ना पाया। मेरे पिछों रोना बिल्कुल नहीं, जिहड़ा रोएगा वो मैनूं बिल्कुल अच्छा नहीं लगेगा। नाल दूसरी तुक अगर असीं पढ़दे हां, तुसी पुत भाई परिवार मेरा, मन वेखो कर निर्जास जियो, तुर लिखिया परवाना फिरे नाही, गुर जाए हर प्रभ पास जियो। तुसी ये सोचो, इसका निर्णय करो, इसनूं समझो कि तुरों जिहड़ा परवाना लिख के आया मौत का, वो कभी वापस नहीं हो सकता। इस वास्ते मैं हुण कित्थे जा रहा, अपने हरे प्रभु के पास जा रहा, जित्थों आया सी उत्थे जा रहा। आत्मा जिहड़ी है परमात्मा 'च विलीन हो जा रही है। इस वास्ते अफसोस करन दी, रोण दी कोई लोड़ नहीं है। पिछे की करना है कि मेरे पिछों अंते सतगुर बोलिया, मैं पिछे कीर्तन करियो निर्वाण जियो। मेरे पिछों तुसी की करना है, रोना बिल्कुल नहीं, टावां नहीं मारनियां, स्यापा नहीं पाना, फुड़ी नहीं पानी, कोई ब्राह्मणी रीतां जिहड़ियां वो नहीं करनियां, बल्कि गुरबाणी का कीर्तन करना। कीर्तन का मतलब ये नहीं कि जरूरी ढोलकियां बाजे बजा के ते रागियां बुला के कीर्तन करना, मतलब उस परमात्मा की कीर्ति करनी, उसका नाम जपना। मेरे पिछों उस रब नूं याद करना, उसका शुकराना करना, तो गुरु दी कथा कहानियाँ वो करनियाँ। सो जो पिछे रोएगा वो मैनू बिल्कुल नहीं पाता, मत जो मैं पिछे जो रोव सी, सो मैं मूल ना पाया, उन्होंने मना कर दिता। सो जितने भी दिन बाद विच अजकल अपनी कन्वीनियंस के हिसाब नाल अजकल तो बहुत ही जल्दी जल्दी समाप्ति होने लग पैंदी है मरने की, और खास तौर पर अज करोना के जमाने में तो कोई हाल ही नहीं रह गया बिल्कुल। 4 बंदे इकट्ठे होकर तो कोई मरने का भोग भी नहीं पा सकते। खैर ये तो हालात मुताबिक सानू मनना पै रहा। अदरवाइज भी महाराज ने कहा सी कि जितना समा भी सतपुत भाई परिवार संगत जितने भी रल के बैठन, वो की करन, वो नाम जपन, वो कीर्तन करन, रोन धोन की बिल्कुल लोड़ नहीं है। सो महाराज ने इस तरीके दे नाल सानू मरने की रीत जिहड़ी है वो समझाई है। उस सदबाणी हुण ये सदबाणी असीं हमेशा संस्कार करके आने आ ते आके गुरुद्वारे पढ़ी जाती है, उस तो बाद फिर भोग दे वेले फिर पढ़ी जाती है। लेकिन जो कुछ इस दे मैसेज है उसनूं असीं ना सुन रहे हैं, ना ध्यान दे रहे हैं, तो ना असीं मन रहे हैं। अज भी अगर अपने वाल छाती मार के देखो, असीं गृहस्थी लोग हाँ, साढ़े सारिਆਂ ਦੇ घरां विच पुरानी चलाना करते हैं। सो क्या असीं गुरु महाराज के आशय अनुसार ठीक तरीके दे नाल असीं रीतां असीं निभा रहे कि नहीं निभा रहे। एक आत्म चिंतन की लोड़ है, एक अपने अंदर छाती मारन की लोड़ है। गुरबाणी तो बहुत अच्छा रस्ता दिखाती है, पर असीं उस मनण नूं तैयार नहीं होंदे। सो गुरबाणी सिर्फ सुन छड्डनी, पढ़ छड्डनी काफ़ी नहीं, उसनूं विचारना तो उसके अनुसार चलना जिहड़ा वो बहुत बहुत ज़रूरी है। समा इजाज़त नहीं दे रहा, समा समाप्त है। सो अज दा प्रोग्राम भी इत्थे ही समाप्त है जी। अगली बारी फिर किसी होर टॉपिक के नाल तुहाडे नाल विचार साझे किए जाएंगे। भुल्लां गलतियां दी खिमा बख्शना जी। गुरु का संदेश, गुरु का उपदेश पल्ले बन लेना। वाहिगुरू जी का खालसा, वाहिगुरू जी की फतेह।